अस्सलाम वालेकुम। वालेकुम सलाम। प्यारे भाईजान कैसे हैं आप? ठीक ठाक, आप सुनाइए। अल्लाह पाक का बहुत शुक्र है। प्यारे भाई का नाम क्या है? ये अली अली मनोहर। अली भाई इलाका केड़ा है? ये रजाना चक नंबर 290 राते, और ज़िला? तहसील टोबा टैक्सी, ठीक जिला है। भी टोबा है। अच्छा भाई माशाल्लाह ਤੁਹਾਡਾ ਫਾਰਮ ਕਾਫੀ ਪਿਆਰਾ ਹੈ ਤੇ ਦੋਸਤਾਂ ਨੂੰ ਇਹ ਦੱਸੋ ਕਿ ਤੁਸੀਂ ਇਹ ਜਿਹੜੀ ਬਰੀਡ ਰੱਖੀ ਹੈ ਗਾਵਾਂ ਦੀ ਹਾਂਜੀ। ਇਹ ਕਿਹੜੀ ਬਰੀਡ ਹੈ? ये सारी ऑस्ट्रेलियन फ्रीजन है, प्योर। अच्छा प्योर हाँ जी, फ्रीजियन, फ्रीजियन। ठीक है माशाल्लाह। इससे पहले आपके वालिद साहब का इंटरव्यू किया है, जो मालूमाती इंटरव्यू उनसे सारी इन्फॉर्मेशन ले लिया। आज की इस वीडियो में हम ये जो आपने शावर सिस्टम लगाया है कोज़ के लिए और इसके अलावा जो मिल्किंग पार्लर है उसकी मुकम्मल मालूमात आपसे हासिल करेंगे। तो अली भाई सब तो पहले दोस्तों ने दसो है ਜਿਹੜਾ शावर सिस्टम ਤੁਸੀਂ ਲਾਇਆ ਹੈ हाँ जी, ਤੇ ਇਹ ਕਿੰਨੇ ਜਾਨਵਰਾਂ ਵਾਸਤੇ ਕਿੰਨੀ ਕੋਜ਼ ਵਾਸਤੇ ਕਾਫੀ ਹੈ? ये तकरीबन साढ़े इतने ना इस एरिए से इतों लैके उत्थे तक आ ते 30 ਤੋਂ 35 जानवर इतने खड़े हो सकते हैं ਜੀ ईजीली, तो ठीक। उन्होंने वास्ते काफ़ी है। ਤੇ ਇਹ ਤੁਸੀਂ ਕਿੰਨੇ ਪੁਆਇੰਟ ਦਿੱਤੇ ਨੇ ਜਿਹੜੇ ਸਾਹਮਣੇ ਨਜ਼ਰ ਆ ਰਹੇ ਨੇ ਜਿੱਥੋਂ ਪਾਣੀ ਹੁੰਦਾ ਹੈ? तकरीबन मिला 14 या 15 पॉइंट है। ਅੱਛਾ 14 ਜਾਂ 15 ਪੁਆਇੰਟ हाँ जी, ਤੇ ਕਿੰਨੀ ਇਹਦੀ ਲੰਬਾਈ ਹੈ? ये तकरीबन 80-90 फुट है। ਠੀਕ ਹੈ 80-90 ਫੁੱਟ ਹੈ ਵੇ। ਥੋੜਾ ਚਲੋ ਦੋਸਤਾਂ ਨੂੰ ਦੱਸੋ ਇਹਦੇ ਮੁਤਲਕ ਤਫਸੀਲ ਨਾਲ ਕਿ ਇਹ ਜਿਹੜਾ ਸ਼ਾਵਰ ਸਿਸਟਮ ਹੈ ਕਿਉਂ ਜ਼ਰੂਰੀ ਹੈ ਤੇ ਕਿਹੜੀ ਬਰੀਡ ਹੋਏ ਤੇ ਉਹਨਾਂ ਵਾਸਤੇ ਹੀ ਸ਼ਾਵਰ ਹੋਣਾ ਚਾਹੀਦਾ ਹੈ। ये तकरीबन फ्रीजन गाएं जो गर्मियां स्टार्ट होंदियां ना तो उधरों फीड इन्हां दी गर्म होंदी आ ਜੀ ते फिर इन्हां वास्ते फैन ते शावरिंग वगैरह इन्हां वास्ते लाजमी आ। ਅੱਛਾ ते ये लाजमी नहीं है फ्रीजन वास्ते साढ़े कोई एक क्रॉस टी भी है, ये भी बहुत गर्मी महसूस करती है। ਅੱਛਾ दुध वाले जिन्ने भी जानवर है जिन्होंने गर्म चीज़ां मिलदियां फीड वगैरह मिनरल वगैरह ਜੀ वो फिर गर्मी महसूस करती है। ठीक है। उन्हां वास्ते ये लाजमी है शावर। ਤੇ ਤੁਸੀਂ ਇਹਨਾਂ ਨੂੰ ਰੋਜ਼ਾਨਾ ਕਿੰਨੀ ਦਫਾ ਫਿਰ ਨਹਿਲਾਉਂਦੇ ਹੋ? ਸ਼ਾਵਰ ਕਿੰਨੀ ਦਫਾ ਆਨ ਕਰਦੇ ये ਹੋ? तकरीबन ऑन एंड ऑफ ही रहता वा, 15-20 मिनट बाद ऑफ करता फिर ऑन करता, ਹਾਂ फिर उधरों फैन कदी ऑन करता। जी। फिर वो मौसम का हिसाब ला लीदा वा, अगर गर्मी महसूस कर रहे जानवर तो चला दीदा, अगर मौसम ठीक आ तो जरूरत नहीं पैंदी। ਠੀਕ ਹੈ ਕਮ ਸੇ ਕਮ ਤੁਸੀਂ ਕਿੰਨੀ ਦਫਾ ਸ਼ਾਵਰ ਆਨ ਕਰਦੇ ਹੋ ਰੋਜ਼ਾਨਾ? तकरीबन 15-20 दफ़ा तो करते होने लाजमी, ਅੱਛਾ 15-20 ਦਫਾ, घंटा भी ऑन रहता तकरीबन। ਠੀਕ ਹੈ। ਤੇ ਤੁਸੀਂ ਸਾਰੇ ਇਹ ਜਿਹੜਾ ਸ਼ਾਵਰ ਨੂੰ ਤੁਸੀਂ ਪੂਰਾ ਕੰਟਰੋਲ ਕਰਨਾ ਹੈ, ਪਿੱਛੇ ਕੋਈ ਟੈਂਕੀ ਬਣਾਈ ਹੈ ਕੀ ਸਿਸਟਮ ਹੈ? ਇਹ ਜਿਹੜਾ ਪਾਈਪ ਇਹਦੇ ਚ ਪਾਣੀ ਕਿੰਜ ਹੁੰਦਾ ਹੈ? ये पिछे असी एक होदी बनाई हुई है जी। होदी पानी की भर ली दी है, फिर उपर एक मोटर रखी बर्म वाली, ਜੀ ਉਹਦੇ ਪ੍ਰੈਸ਼ਰ ਦੇ ਨਾਲ ਇਹ ਫਿਰ ਚਲਾਈ ਦੇ ਨੇ। ਠੀਕ ਹੈ ਚਲੋ ਸਰ ਉੱਥੇ ਚੱਲ ਕੇ ਦੋਸਤਾਂ ਨੂੰ ਦਿਖਾਉਂਦੇ ਆ। ਅੱਛਾ ਅਲੀ ਭਾਈ ਇਹ ਜਿਹੜੀ ਤੁਸੀਂ ਹੋਡੀ ਕਹਿ ਰਹੇ ਹੋ ਇਹ ਬਣੀ ਹੈ? ਹਾਂਜੀ, ਇਹ ਬਣੀ। ਮਾਸ਼ਾਅੱਲਾ ਯਾਨੀ ਕਿ ਤੁਸੀਂ ਪਾਣੀ ਨਾਲ ਇਹਨੂੰ ਫੁੱਲ ਕਰਦੇ ਹੋ ਤੇ ਸਾਹਮਣੇ ਪੰਪ ਲੱਗਿਆ ਹੈ, ਉਹਦੇ ਥਰੂ ਫਿਰ ਜਿਹੜਾ ਪਾਣੀ ਹੈ ਉਹ ਪਾਈਪ ਵਿੱਚ ਜਾਂਦਾ ਹੈ, ਅੱਗੇ ਫਿਰ ਸ਼ਾਵਰ ਸਿਸਟਮ ਆਨ ਹੋ ਜਾਂਦਾ ਹੈ। ਹਾਂਜੀ, ਇਹ ਜਿਹੜਾ ਪੰਪ ਹੈ ਇਹ ਕਿੰਨੇ ਦੀ ਮੋਟਰ ਹੈ ਤੇ ਇਹਦੇ ਮੁਤਲਕ ਥੋੜਾ ਦੱਸ ਦਿਓ ਦੋਸਤਾਂ ਨੂੰ। ਇਹ ਦੋ ਦੀ ਮੋਟਰ ਆ ਤੇ ਤਕਰੀਬਨ ਇੱਕ ਸ਼ਹਿਜ਼ਾਦ ਵਾਲਿਆਂ ਦਾ ਪੰਪ ਆ ਬਰਮ ਵਾਲਾ, ਅੱਛਾ ਤੇ ਤਕਰੀਬਨ ਹੈਗਾ ਵਾ ਕੋਈ 10-12 ਹਜ਼ਾਰ ਤੱਕ। 10-12 ਹਜ਼ਾਰ ਤੱਕ? ਹਾਂਜੀ, ਠੀਕ ਹੈ ਤੇ ਇਹਦਾ ਰਿਜ਼ਲਟ ਠੀਕ ਹੈ? ਜਿਹੜਾ ਤੁਹਾਡਾ ਸ਼ਾਵਰ ਸਿਸਟਮ ਹੈ ਇਹਦੇ ਨਾਲ ਸਹੀ ਚੱਲਦਾ ਪਿਆ ਜਾਂ ਕਿ ਕੋਈ ਤਬਦੀਲੀ ਕਰੋ ਦੇ? ਤਬਦੀਲੀ ਕਰਨਾ ਚਾਹੁੰਦੇ ਕਿ ਉਹ ਇਹਨਾਂ ਸ਼ਾਵਰ ਥੋੜਾ ਪਾਣੀ ਆਉਂਦਾ ਸ਼ਾਵਰਿੰਗ ਤਰ੍ਹਾਂ, ਅਸੀਂ ਚਾਹੁੰਦੇ ਹਾਂ ਕਿ ਉਹ ਜਿੱਦਾਂ ਹੋ ਨਹੀਂ ਜਾਂਦਾ ਹੁੰਦਾ ਤੇ ਇੱਕ ਫੁਹਾਰ ਜੀ 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 ਫੋਕ ਟਾਈਪ ਬਣ ਜਾਵੇ, ਉਸ ਤਰ੍ਹਾਂ ਕਰਨਾ ਚਾਹੁੰਦੇ ਹਾਂ। ਇਹਦਾ ਪ੍ਰੈਸ਼ਰ ਘੱਟ ਹੈ? ਪ੍ਰੈਸ਼ਰ ਘੱਟ ਆ ਥੋੜਾ ਜਿਹਾ। ਤੇ ਪ੍ਰੈਸ਼ਰ ਵਧਾਉਣ ਵਾਸਤੇ ਫਿਰ ਤੁਸੀਂ ਕਿਹੜਾ ਪੰਪ ਇਸਤੇਮਾਲ ਕਰੋਗੇ? ਤੇ ਫਿਲਹਾਲ ਮਜ਼ਾਈਲ ਪੰਪ ਵੀ ਦੇਖੇ ਨੇ, ਉਹ ਸੋਚਦੇ ਉਹ ਲਗਵਾ ਲਈਏ ਬੋਰ ਕਰਕੇ, ਉਹ ਡਾਇਰੈਕਟ ਫਿਰ ਪਾਣੀ ਦਊਗਾ ਜ਼ਮੀਨ ਤੋਂ। ਠੀਕ ਹੈ ਤੇ ਉਹਦਾ ਪ੍ਰੈਸ਼ਰ ਕਹਿੰਦੇ ਅੱਛਾ ਵਾ। ਠੀਕ ਹੈ। ਇਹ ਜਿਹੜਾ ਪੰਪ ਇਹਦੀ ਕੀਮਤ 12,000 ਹੈ? ਹਾਂਜੀ, ਯਾਨੀ ਕਿ 12,000 ਖਰਚਾ ਤੁਹਾਡਾ ਹੈ ਵੇ ਤੇ ਹੋਰ ਜਿਹੜਾ ਤੁਸੀਂ ਪਾਈਪ ਲੈ ਕੇ ਗਏ ਹੋ ਇਹ ਫਾਰਮ 'ਚ ਉਹਦੀ ਜਿੰਨੀ ਲੰਬਾਈ ਹੈ ਉਹਦੇ ਹਿਸਾਬ ਨਾਲ ਉਹਦੀ ਕੀਮਤ ਹੋਏਗੀ। ਹਾਂਜੀ। ਠੀਕ ਹੈ ਤੇ ਇਹਦੀ ਜਿਹੜੀ ਕੀਮਤ ਹੈ ਉਹਦਾ ਕੋਈ ਅੰਦਾਜ਼ਾ ਹੈ ਕਿ ਨਹੀਂ? ਨਹੀਂ, ਅੱਛਾ ਯਾਨੀ ਕਿ ਮੇਨ ਤੇ ਫਿਰ ਕੀਮਤ ਤੋਂ ਇਹਦੇ 'ਚ ਜਿਹੜਾ ਪੰਪ ਹੈ ਉਹਦੀ ਹੈ ਤੇ ਜਾਂ ਜਿਹੜਾ ਪਾਈਪ ਹੈ ਉਹਦੀ ਹੈ ਪਾਈਪਿੰਗ ਵਗੈਰਾ ਤੇ ਸ਼ਾਵਰਿੰਗ ਵਗੈਰਾ ਮੈਨੂੰ ਲੱਗਦਾ ਇੱਕ ਸ਼ਾਵਰ ਜਿਹੜਾ ਦੇ ਰਿਹਾ 1400 ਜਾਂ 1500 ਚ ਮਿਲਿਆ ਸੀ। ਅੱਛਾ ਇੰਨਾ ਰੇਂਜ ਹੈਗਾ ਵਾ, ਕਾਫੀ ਟਾਈਮ ਹੋ ਗਿਆ ਲਿਆਂਦੇ ਨੂੰ, 14-1500 ਦਾ ਮਿਲਿਆ ਸੀ ਇੱਕ ਸ਼ਾਵਰ। ਠੀਕ ਹੈ ਤੇ ਮਾਸ਼ਾਅੱਲਾ ਜਿਹੜੀਆਂ ਹੁਣ ਗਾਵਾਂ ਨੇ ਇਹਨਾਂ ਦੀ ਚਵਾਈ ਹੋਣ ਲੱਗੀ ਹੈ? ਹਾਂਜੀ, ਠੀਕ ਹੈ ਮਿਲਕਿੰਗ ਟਾਈਮ ਹੈ ਤੇ ਇਹ ਭਾਈ ਹਰਾਂ ਨੇ ਆ ਜਿਹੜਾ ਮਿਲਕਿੰਗ ਪਾਰਲਰ ਹੈ ਸਾਹਮਣੇ ਮਿਲਕਿੰਗ ਪਾਰਲਰ ਦੇਖ ਲਓ ਤੇ ਇੱਥੇ ਹੁਣ ਚਵਾਈ ਹੁੰਦੀ ਹੈ ਤੇ ਚਵਾਈ ਵੀ ਤੁਹਾਨੂੰ ਦੱਸਣੇ ਆ ਤੇ ਜਿਹੜਾ ਮਿਲਕਿੰਗ ਪਾਰਲਰ ਹੈ ਉਹਦੀ ਵੀ ਮਾਲੂਮਾਤ ਲੈਣੇ ਆ। ਮਾਸ਼ਾਅੱਲਾ ਜੀ ਦੋਸਤੋ ਆ ਵੇਖ ਲਓ ਇਹ ਜਿਹੜੀਆਂ ਗਾਵਾਂ ਨੇ ਚਵਾਈ ਵਾਸਤੇ ਮਿਲਕਿੰਗ ਪਾਰਲਰ ਤੇ ਆ ਗਈਆਂ ਨੇ ਤੇ ਵੰਡਾ ਖਾ ਰਹੀਆਂ ਨੇ ਜਨਾਬ, ਖੁਸ਼ੀ ਨਾਲ ਦੌੜਦੀਆਂ ਆਈਆਂ ਨੇ। ਅੱਛਾ ਅਲੀ ਭਾਈ ਇਹ ਦੱਸੋ ਇਹ ਜਿਹੜਾ ਮਿਲਕਿੰਗ ਪਾਰਲਰ ਹੈ
ਇਹ ਕਿੰਨੀਆਂ ਗਾਵਾਂ ਵਾਸਤੇ ਵੇ? ਇਹ 6 ਗਾਵਾਂ ਵਾਸਤੇ 6 ਗਾਵਾਂ ਵਾਸਤੇ ਜੀ। ਇਹ ਜਿਹੜਾ ਮਿਲਕਿੰਗ ਪਾਰਲਰ ਹੈ 6 ਗਾਵਾਂ ਵਾਸਤੇ ਮਾਸ਼ਾਅੱਲਾ। ਤੇ ਮਾਸ਼ਾਅੱਲਾ ਦੋਸਤੋ ਵੇਖ ਲਓ, ਇਹ ਜਿਹੜੀ ਗਾਂ ਦੀ ਚਵਾਈ ਹੋਣ ਲੱਗੀ ਹੈ ਇਸ ਟਾਈਮ ਮਿਲਕਿੰਗ ਪਾਰਲਰ ਤੇ ਮੌਜੂਦ ਹੈ ਮਾਸ਼ਾਅੱਲਾ। ਇਹ ਜਿਹੜਾ ਪਾਰਲਰ ਹੈ 6 ਗਾਵਾਂ ਵਾਸਤੇ ਵੇ। ਤੇ ਅਲੀ ਭਾਈ ਜਦੋਂ ਤੁਸੀਂ ਚਵਾਈ ਕਰਦੇ ਹੋ ਨਾਲ ਵੰਡੇ ਦਾ ਵੀ ਇਸਤੇਮਾਲ ਕਰਦੇ ਹੋ? ਹਾਂਜੀ, ਅਸੀਂ ਵੰਡੇ ਦਾ ਇਸਤੇਮਾਲ ਕਰਦੇ। ਠੀਕ ਹੈ। ਸਭ ਤੋਂ ਪਹਿਲੇ ਤਾਂ ਦੋਸਤਾਂ ਨੂੰ ਇਹ ਦੱਸੋ ਕਿ ਇਹ ਜਿਹੜਾ ਮਿਲਕਿੰਗ ਪਾਰਲਰ ਹੈ 6 ਗਾਵਾਂ ਵਾਸਤੇ ਵੇ, ਇਹਦੀ ਕੀਮਤ ਕਿੰਨੀ ਹੈ? ਮੇਰੇ ਕੋਲ ਲਿਖਿਆ ਪਿਆ ਵਾ। ਅੱਛਾ ਚਲੋ ਤੁਸੀਂ ਚੈੱਕ ਕਰ ਲਓ। ਕੋਈ ਬਾਤ ਨਹੀਂ, ਚੈੱਕ ਕਰ ਲੈ। ਤੁਸੀਂ ਚੈੱਕ ਕਰੋ ਦੋਸਤਾਂ ਨੂੰ ਜਿਹੜੀ ਐਗਜ਼ੈਕਟ ਇਨਫੋਰਮੇਸ਼ਨ ਹੈ ਉਹ ਦੇਣੀ ਹੈ ਮਾਸ਼ਾਅੱਲਾ। ਵੰਡਾ ਖਾ ਰਹੀਆਂ ਨੇ ਨਾਲ ਉਹਨਾਂ ਦੀ ਚਵਾਈ ਹੋ ਰਹੀ ਹੈ। ਤੇ 6 ਗਾਵਾਂ ਵਾਸਤੇ ਆ ਜਿਹੜਾ ਮਿਲਕਿੰਗ ਪਾਰਲਰ ਹੈ ਮਖਸੂਸ ਹੈ ਮਾਸ਼ਾਅੱਲਾ। ਇਹ ਪਾਰਲਰ ਹੈਗੀ ਆ, ਮੋਟਰ ਪੰਪ ਲੱਗਾ ਹੋਇਆ ਵਾ ਜੀ। ਉਹ ਜ਼ਰਾ ਸਾਹਮਣੇ ਆ ਕੇ ਦੋਸਤਾਂ ਨੂੰ ਦੱਸੋ ਨਾ। ਇਹਦੇ ਨਾਲ 6 ਬਕਟਾਂ ਵਾ ਲੈਦਾ ਹਰ ਮਸ਼ੀਨ ਦੀਆਂ। ਅੱਛਾ ਉਹ ਮੋਟਰ ਉਹ ਸਾਹਮਣੇ ਵੇ? ਹਾਂਜੀ। ਅੱਛਾ ਇਹ ਸਿਰਫ ਸਾਡੇ ਵੀ ਇੱਕ ਬਕਟ ਪਹਿਲੇ ਪਈ ਸੀ, 2 ਬਕਟਾਂ ਨਹੀਂ ਸੀ ਮੰਗਵਾਈਆਂ ਸੀ, ਸਿੰਗਲ ਬਕਟ ਤੇ ਕੰਮ ਕਰ ਰਹੇ ਹਾਂ ਜੀ। ਅੱਛਾ ਤੇ ਸਾਨੂੰ ਪਿਆ ਸੀ 4,60,000 ਤੇ 4,60,000 ਚ 60,000 ਤੇ ਕੈਟਲ ਕਿਟ ਆ ਜਾਂਦਾ। ਤੇ ਕੰਪਨੀ ਕਿਹੜੀ ਹੈ? ਕੈਟਲ ਕਿਟ। ਕੈਟਲ ਕਿਟ। ਤੇ ਤੁਸੀਂ ਕਿੱਥੋਂ ਖਰੀਦਿਆ ਸੀ? ਅਸੀਂ ਲਾਹੌਰੋਂ? ਹਾਂਜੀ। ਠੀਕ ਹੈ। ਬਕਟ ਨੂੰ ਕਹਿ ਰਹੇ ਹੋ ਜਿਹਦੇ ਵਿੱਚ ਦੁੱਧ ਜਾਂਦਾ ਹੈ? ਤੇ ਬਕਟ ਨਾ ਇਹ ਦਿੰਦੇ ਸੀ ਬਕਟ 30,000 ਦੀ, ਫਿਰ ਪਲਸੇਟਰ ਤੇ ਉਹਦਾ ਲੈਦਾ ਬਣਦਾ ਸੀ। ਉਹ ਫਿਰ ਸਾਡੇ ਕੋਲ ਬਕਟ ਪਈ ਸੀ, ਅਸੀਂ ਉਹਨੂੰ ਡਬਲ ਵਾਸਤੇ ਯੂਜ਼ ਕਰ ਲਿਆ, ਬਾਕੀ ਸਾਰਿਆਂ ਵਾਸਤੇ ਸਿੰਗਲ ਬਕਟ ਆ। ਠੀਕ ਹੈ। ਯਾਨੀ ਕਿ ਇਹ ਜਿਹੜੀ ਬਕਟ ਹੈ ਇਹਦੇ ਅੰਦਰ ਕਿੰਨਾ ਦੁੱਧ ਆਈ ਜਾਂਦਾ ਹੈ? ਇਹ 1 ਮਣ ਵਾਸਤੇ। 1 ਮਣ? ਹਾਂਜੀ। ਠੀਕ ਹੈ ਮਾਸ਼ਾਅੱਲਾ। ਇਸ ਟਾਈਮ 3 ਜਿਹੜੀਆਂ ਗਾਵਾਂ ਦੀ ਚਵਾਈ ਹੈ ਹੋ ਰਹੀ ਹੈ ਤੇ ਉਹਨਾਂ ਦਾ ਜਿਹੜਾ ਦੁੱਧ ਹੈ ਮਿਲ ਕੇ ਉਹ ਇਸ ਬਕਟ ਦੇ ਅੰਦਰ ਆ ਰਿਹਾ। ਦੇਖ ਲਓ ਪਾਈਪ ਲੱਗੇ ਨੇ ਤੇ ਮਾਸ਼ਾਅੱਲਾ ਪਾਈਪਾਂ ਦੇ ਅੰਦਰ ਜਿਹੜਾ ਮਿਲ ਕੇ ਉਹਦੀ ਹਰਕਤ ਵਾਜ਼ਿਆ ਤੌਰ ਤੇ ਦੇਖੀ ਜਾ ਸਕਦੀ ਹੈ ਮਾਸ਼ਾਅੱਲਾ। ਇਹ ਦੇਖੋ ਜੀ ਇਸ ਟਾਈਮ ਚਵਾਈ ਹੋ ਰਹੀ ਹੈ, ਮਸ਼ੀਨਾਂ ਲੱਗੀਆਂ ਨੇ। ਤੇ ਸਰ ਇਹ ਜਿਹੜਾ ਮਿਲਕਿੰਗ ਪਾਰਲਰ ਹੈ ਅਗਰ ਇੱਕ ਗਾय ਦੀ ਚਵਾਈ ਕਰਨੀ ਹੈ ਉਹਦੇ ਉੱਤੇ ਕਿੰਨਾ ਟਾਈਮ ਲੱਗ ਜਾਂਦਾ ਹੈ? ਤਕਰੀਬਨ 7 ਤੋਂ 8 ਮਿੰਟ। 7 ਤੋਂ 8 ਮਿੰਟ? ਹਾਂਜੀ। ਠੀਕ ਹੈ। ਇਹਨਾਂ ਦੀ ਜਿਹੜੀ ਤੁਸੀਂ ਇੱਥੇ ਚਵਾਈ ਕਰਦੇ ਹੋ ਕਿਹੜੀਆਂ ਗੱਲਾਂ ਦਾ ਖਿਆਲ ਰੱਖਦੇ ਹੋ ਕਿ ਕਿਹੜੀ ਇਹਤਿਆਤ ਕਰਨੀ ਹੈ? ਇਹਨਾਂ ਦਾ ਸਿਰਫ ਥਣ ਵਗੈਰਾ ਸਾਫ਼ ਹੋਣ ਜੀ। ਤੇ ਮਿੱਟੀ ਵਗੈਰਾ ਨਾਲ ਲੱਗੀ ਹੋਵੇ, ਗੋਬਰ ਨਾਲ ਲੱਗਾ ਹੋਵੇ। ਬਾਕੀ ਫਿਰ ਇਹਨਾਂ ਇਹ ਵਾ ਮਸ਼ੀਨ ਦੇ ਨਾਲ ਇੱਕ ਥਣ ਨੂੰ ਸਾੜੂ ਘੱਟ ਪੈਂਦਾ ਵਾ। ਕੋਈ ਜਾਨਵਰ ਦਾ ਕੋਈ ਦੁੱਧ ਵਗੈਰਾ ਰਹਿ ਜਾਵੇ ਉਹ ਹੱਥ ਨਾਲ ਵੀ ਇੱਕ ਵਾਰੀ ਚੈੱਕ ਕਰੀਦਾ ਸੀ ਬਾਅਦ ਕਿ ਥਣ 'ਚ ਦੁੱਧ ਨਹੀਂ ਰਹਿ ਗਿਆ। ਮਸ਼ੀਨ 'ਚ ਕਈ ਵਕਤ ਗਲਤ ਲੱਗ ਜਾਂਦੀ, ਥਣ ਅੰਦਰ ਟਰਨ ਹੋ ਜਾਂਦਾ, ਮਸ਼ੀਨ ਥਣ ਨਹੀਂ ਦੁੱਧ ਲੈਂਦੀ ਸਹੀ। ਫਿਰ ਅਸੀਂ ਉਹ ਆਟੋ ਹੱਥ ਨਾਲ ਵੀ ਚਵਾਈ ਕਰਕੇ ਦੇਖ ਲਈਦਾ ਵਾ। ਬਾਕੀ ਫਿਰ ਨਾਲ ਟੀਪ ਦੇ ਇਸਤੇਮਾਲ ਕਰੀ ਦੀ ਹੈ ਪਈ ਆ। ਇਹ ਕੀ ਚੀਜ਼? ਇਹ ਡੇਪਾ ਬਾਅਦ ਥਣਾ ਦੇ ਲਗਾ ਦੀ ਹੈ, ਵਿੱਚ ਲਿਕਵਿਡ ਹੁੰਦਾ ਵਾ ਜੀ। ਲਿਕਵਿਡ ਲਗਵਾਈ ਦਾ ਥਣਾ ਨੂੰ ਤੇ ਉਹ ਜਾਨਵਰਾਂ ਵਾਸਤੇ ਇਸਤੇਮਾਲ ਕਰੀਦਾ, ਥਣ ਖਰਾਬ ਨਾ ਹੋਣ ਤੇ ਮਸਾਮ ਖੁੱਲੇ ਹੁੰਦੇ ਆ ਜੀ ਵਗੈਰਾ। ਉਹਦੀ ਵਜ੍ਹਾ ਤੋਂ ਉਹਦੇ ਅੰਦਰ ਕੋਈ ਜਰਾਸੀਮ ਨਾ ਚੱਲ ਜਾਵੇ, ਸਾੜੂ ਦਾ ਮਸਲਾ ਨਾ ਬਣ ਜਾਵੇ। ਠੀਕ ਹੈ। ਕੁਛ ਦੋਸਤ ਕਹਿੰਦੇ ਨੇ ਕਿ ਚਵਾਈ ਤੋਂ ਬਾਅਦ ਇਹ ਜਿਹੜੇ ਤੁਸੀਂ ਇਹ ਲਿਕਵਿਡ ਦੱਸਿਆ ਇਹਦੇ 'ਚ ਡਿਪ ਕਰਨ ਤੋਂ ਬਾਅਦ ਜਿਹੜੇ ਥਣ ਨੇ ਫਿਰ ਕੋਸ਼ਿਸ਼ ਕਰਨੀ ਚਾਹੀਦੀ ਕਿ ਗਾਂ ਕੁਛ ਅਰਸਾ ਕੋਈ ਅੱਧਾ ਘੰਟਾ ਬੇ ਨਾ ਇਹਦੇ ਬਾਰੇ 'ਚ ਕੋਈ ਨਹੀਂ। ਕਾਫੀ ਹੈਗਾ ਵਾ ਥਿੱਕ ਜਿਹਾ ਤੇ ਉਸੇ ਵਕਤ ਸੁਰਾਖ ਬੰਦ ਕਰ ਦਿੰਦਾ ਵਾ। ਜ਼ਰੂਰਤ ਨਹੀਂ ਪੈਂਦੀ ਬੈਠ ਜਾਣ ਜਾਨਵਰ। ਵੈਸੇ ਵੀ ਜਾਨਵਰ ਇਹਦੇ ਬਾਅਦ ਪੱਠੇ ਪਾ ਦਈਦੇ ਆ, ਪੂਰੀ ਪੱਠੇ ਖਾਣ ਲੱਗ ਜਾਂਦੇ ਆ। ਠੀਕ ਹੈ। ਤੇ ਜਦੋਂ ਤੁਸੀਂ ਇਹਨਾਂ ਦੇ ਥਣ ਨਾਲ ਅਟੈਚ ਕਰਦੇ ਹੋ ਕੀ ਇਹਨੂੰ ਕਹਿੰਦੇ ਹੋ ਜਿਹੜੇ? ਹਾਂਜੀ ਟੈਗ ਆ ਪਿਆ। ਠੀਕ ਹੈ। ਇਹਦੇ ਵਿੱਚ ਟੈਗ ਲੋਡ ਕਰਕੇ ਤੇ ਇੰਜੈਕਟ ਕਰ ਦਿੰਦਾ ਵਾ। ਅੱਛਾ ਤੇ ਟੈਗ ਜਿਹੜੇ ਤੁਸੀਂ ਸਾਹਮਣੇ ਲਾਏ ਨੇ ਇਹ ਜੋ ਤੁਸੀਂ ਮਸ਼ੀਨ ਲਾਉਂਦੇ ਹੋ ਉਹਨਾਂ ਦੇ ਥਣਾਂ ਨਾਲ ਤੇ ਉਦੋਂ ਦਾ ਕੀ ਤਰੀਕਾ ਹੁੰਦਾ ਹੈ ਮਸ਼ੀਨ ਲਗਾਉਣ ਦਾ? ਜੀ ਉਹ ਥੱਲੇ ਜਿਹੜੀ ਮਸ਼ੀਨ ਉਹ ਇਹਦੇ ਥੱਲੇ ਇੱਕ ਹੈਗੀ ਆ ਲੁੱਪੀ ਲੱਗੀ, ਉਹਨੂੰ ਅੰਦਰ ਪ੍ਰੈਸ ਕਰ ਦੀਦਾ ਵਾ। ਉਹਨੂੰ ਮਸ਼ੀਨ ਨੂੰ ਇਦਾਂ ਖੋਲ ਦੀਦਾ ਚਾਰੇ ਪਾਸੇ, ਥੱਲੇ ਨੂੰ ਛੱਡ ਦੀਦਾ, ਪ੍ਰੈਸ਼ਰ ਲੀਕ ਨਾ ਹੋਵੇ। ਫਿਰ ਇੱਕ ਥਣ ਨੂੰ ਕਰਕੇ ਲਾਈ ਜਾਈਦੀ, ਟਨ ਕਰਕੇ ਪਾਈ। ਠੀਕ ਹੈ। ਚਲੋ ਇਹ ਗਾਈਆਂ ਦੀ ਚਵਾਈ ਹੁੰਦੀ ਹੈ ਨਾ ਜਿਹੜੀ ਤੁਸੀਂ ਲਾਉਂਦੇ ਹੋ, ਥੋੜਾ ਉਹਦਾ ਤਰੀਕਾ ਵੀ ਤੁਹਾਨੂੰ ਪੁੱਛ ਲੈਂਦੇ ਆ। ਮਾਸ਼ਾਅੱਲਾ ਤੁਸੀਂ ਅੱਛੀ ਮਾਲੂਮਾਤ ਦੇ ਰਹੇ ਹੋ। ਇਸ ਟਾਈਮ ਚਵਾਈ ਹੋ ਰਹੀ ਹੈ 6 ਗਾਵਾਂ ਵਾਸਤੇ ਮਿਲਕਿੰਗ ਪਾਰਲਰ ਹੈ। ਕੀਮਤ ਦੀ ਭਾਈ ਕਿੰਨੀ? 4 ਲੱਖ ਦੱਸੀ ਜੀ? 4,60,000। ਤੇ ਇਹ ਇੱਕ ਬਕਟ ਜਿਹੜੀ ਹੈ ਆਲਰੇਡੀ ਤੁਹਾਡੇ ਕੋਲ ਹੈ? ਇਹ ਆਲਰੇਡੀ ਹੈ ਸੀ। ਠੀਕ। ਇਹ ਕੱਢ ਕੇ 3,60,000 ਬਣਦਾ ਤੇ ਤਕਰੀਬਨ 50,000 ਦੀ ਬਕਟ ਪੈਂਦੀ ਆ। ਠੀਕ ਹੈ। ਚਲੋ ਸਰ ਥੋੜਾ ਇਹਨਾਂ ਦਾ ਨਜ਼ਾਰਾ ਪਿਛਲੀ ਸਾਈਡ ਤੋਂ ਵਹਾਨੀਆਂ ਦੋਸਤਾਂ ਨੂੰ ਉਧਰ ਜਾ ਸਕਨੇ ਆ ਕਿ ਨਹੀਂ? ਹਾਂਜੀ ਹਾਂਜੀ। ਅੱਛਾ ਅਲੀ ਭਾਈ ਇਹਦੀ ਚਵਾਈ ਹੁਣ ਕੰਪਲੀਟ ਹੋ ਗਈ ਹੈ? ਹਾਂਜੀ। ਤੇ ਚਵਾਈ ਜਦੋਂ ਕੰਪਲੀਟ ਹੋ ਜਾਂਦੀ ਹੈ ਜਿਹੜੀ ਮਸ਼ੀਨ ਉਤਾਰਨੀ ਹੈ ਉਹਦਾ ਕੀ ਤਰੀਕੇਕਾਰ ਹੈ, ਕਿਹੜੀਆਂ ਗੱਲਾਂ ਦਾ ਖਿਆਲ ਰੱਖਦੇ ਹੋ?
ਤੇ ਅਸੀਂ ਨਾ ਥੋੜਾ ਜਿਹਾ ਪ੍ਰੈਸ ਕਰਕੇ ਉਤਾਰੀ ਦੀ ਆ ਜਿਹੜਾ ਪ੍ਰੈਸ ਕਿੰਜ ਕਰਦੇ ਹੋ? ਬਸ ਇਸ ਤਰ੍ਹਾਂ ਹੀ ਥੋੜੇ ਮਸ਼ੀਨ ਨੂੰ ਥੱਲੇ ਨੂੰ ਥੋੜਾ ਪ੍ਰੈਸ ਕਰਨਾ ਵਾ ਜੀ। ਨਾਜ਼ੁਕ ਜਿਹਾ ਕਿ ਉਹ ਥਣਾ ਜਿਹੜਾ ਦੁੱਧ ਰਹਿ ਜਾਂਦਾ ਵਾ ਉਹ ਵੀ ਨਾਲ ਹੀ ਨਿਕਲ ਜਾਵੇ। ਬਾਅਦ ਚ ਇੱਕ ਦਫਾ ਅਸੀਂ ਹੱਥ ਨਾਲ ਵੀ ਚੈੱਕ ਕਰਨਾ ਵਾ ਕੋਈ ਥਣ 'ਚ ਦੁੱਧ ਤੇ ਨਹੀਂ ਹੈਗਾ। ਜੀ ਕੋਈ ਮਸ਼ੀਨ ਕੋਈ ਥਣ ਮਿਸ ਵੀ ਹੋ ਸਕਦਾ ਵਾ, ਜੀ। ਫਿਰ ਉਹਦੇ ਵਜ੍ਹਾ ਤੋਂ ਮਸਲਾ ਬਣ ਸਕਦਾ ਵਾ। ਠੀਕ ਹੈ। ਤੇ ਤੁਹਾਨੂੰ ਇਹ ਕਿੰਜ ਅੰਦਾਜ਼ਾ ਨਹੀਂ ਹੁੰਦਾ ਕਿ ਚੁਆਈ ਕੰਪਲੀਟ ਹੋ ਗਈ ਹੈ? ਤੇ ਉਹਦੇ ਵਿੱਚ ਦੁੱਧ ਆਣਾ ਬੰਦ ਹੋ ਜਾਂਦਾ, ਉਹ ਗਲਾਸ ਦਾ ਅੱਛਾ। ਪਲਾਸਟਿਕ ਜੀ ਜੀ ਉਹਦੇ ਵਿੱਚ ਦੁੱਧ ਕੰਮ ਆਉਣ ਲੱਗ ਜਾਂਦਾ, ਉਦੋਂ ਮਹਿਸੂਸ ਹੋ ਜਾਂਦਾ। ਹੁਣ ਇਸ ਤਰ੍ਹਾਂ ਇਹਦਾ ਵੀ ਜਾਨਵਰ ਦੀ ਖਤਮ ਹੋ ਗਈ ਆ। ਜੀ ਜੀ ਹਲਕਾ ਹਲਕਾ ਆ ਰਿਹਾ ਵਾ, ਇੱਕ ਵਾਰੀ ਪ੍ਰੈਸ ਕਰਨਾ ਵਾ। ਬਾਅਦ ਧਾਰਾ ਵਗੈਰਾ ਹੀ ਰਹਿ ਜਾਂਦੀਆਂ ਵਾ ਥਣਾ ਜੀ, ਉਹ ਅਸੀਂ ਹੱਥਾਂ ਨਾਲ ਕੱਢ ਲਈਦੀਆਂ। ਠੀਕ ਹੈ। ਤੇ ਜਿਹੜਾ ਮਿਲਕਿੰਗ ਪਾਰਲਰ ਹੈ ਤੁਹਾਡਾ ਕਿੰਨਾ ਕੁ ਟਾਈਮ ਬਚਾਉਂਦਾ ਹੈ ਚੁਆਈ 'ਤੇ? ਇਹ ਸਾਡੇ ਅੱਗੇ ਤਕਰੀਬਨ 4-5 ਬੰਦੇ ਚਾਹੀਦੇ ਹੁੰਦੇ ਸੀ ਚੁਆਈ ਵਾਸਤੇ। ਹੁਣ ਅਗਰ ਬੰਦੇ ਬਾਕੀ ਮਸਰੂਫ ਹੀ ਹੋਣ, ਇੱਕ ਬੰਦਾ ਹੀ ਕਾਫੀ ਆ ਮਸ਼ੀਨ ਲਗਾ ਕੇ ਤਕਰੀਬਨ ਅੱਧੇ ਪੌਣੇ ਘੰਟੇ ਦੇ ਵਿੱਚ ਪੌਣਾ ਘੰਟਾ। ਜੀ ਜੀ अली भाई मैं एक सवाल तुम करना चाहना, ਜੀ ਜੀ वो ये कि सफाई का बड़ा खास ख्याल रखा गया है, ये इसकी सिर्फ- की वजह है, की तरीकाकार है? हर दफा ही इसलिए करते जी? ਹਾਂਜੀ, ਜਦੋਂ ਵੀ ਸਵੇਰ ਜਾਂ ਸ਼ਾਮ ਨੂੰ ਸਫਾਈ ਵਗੈਰਾ ਹੁੰਦੀ ਆ, ਚੁਆਈ ਹੁੰਦੀ ਆ, ਜੀ, ਜੀ। ਉਹਦੇ ਬਾਅਦ ਪੂਰੀ ਇੱਥੇ ਪ੍ਰੈਸ਼ਰ ਵਾਸ਼ ਨਾਲ ਅਸੀਂ ਵਾਸ਼ ਕਰ ਦਈਦਾ ਇਸ ਏਰੀਏ 'ਚ। ਫਿਰ ਬਾਅਦ 'ਚ ਜਾਨਵਰ ਨਹੀਂ ਆਉਂਦੇ ਤੇ ਚੁਆਈ ਦੇ ਟਾਈਮ ਹੀ ਆਣੇ ਆ। तो हर दफा ये नहीं करते जी? ਸਵੇਰ ਸ਼ਾਮ ਸਫਾਈ ਹੁੰਦੀ जे ਹੈ। सफाई ना हो वो मसला बनता है। ਇਹ ਫਿਰ ਉਹ ਜਗ੍ਹਾ ਥੋੜੀ ਸਾਫ ਸੁਥਰੀ ਰਹਿੰਦੀ ਆ। ਦੁੱਧ ਵਗੈਰਾ ਘਰ ਵੀ ਪੀਣਾ ਹੁੰਦਾ ਵਾ अच्छा ਤੇ अच्छा, ਲੋਕਾਂ ਨੂੰ ਵੀ ਅੱਛਾ ਚੀਜ਼ ਮਿਲੇ। बिल्कुल सही गल है जी। ਅਲੀ ਭਾਈ ਤੁਸੀਂ ਇਹ ਜਿਹੜੀ ਚੁਆਈ ਜਦੋਂ ਕੰਪਲੀਟ ਹੋਈ ਜਾਂਦੀ ਹੈ, ਮਸ਼ੀਨ ਉਤਾਰਨ ਦਾ ਤਰੀਕਾ ਤੇ ਦੱਸਿਆ। ਹੁਣ ਜਿਹੜੀ ਗਾਂ ਦੁਬਾਰਾ ਚੁਆਈ ਵਾਸਤੇ ਆਏ ਦੂਸਰੀਆਂ ਆਉਣੀਆਂ ਨੇ, ਤੇ ਉਹਨਾਂ ਦਾ ਜਿਹੜਾ ਮਸ਼ੀਨ ਲਾਉਣ ਦਾ ਤਰੀਕਾ ਬਸ ਉਹੀ ਦੱਸਣਾ ਹੈ। ਹੋਰ ਤੇ ਆਲਰੇਡੀ ਤਕਰੀਬਨ ਸਾਰੀ ਇਨਫੋਰਮੇਸ਼ਨ ਤੁਹਾਡੇ ਕੋਲ ਲਈ ਹੈ। ਠੀਕ ਹੋ ਇਹਦਾ ਪ੍ਰੈਸ਼ਰ ਵਾਸਤੇ ਹੈ, ਪ੍ਰੈਸ਼ਰ ਕੰਟਰੋਲ ਕਰਦਾ ਵਾ ਇਹ ਅੱਛਾ ਨਿੱਪਲ। ਜੀ ਤੇ ਜੋ ਮਸ਼ੀਨ ਲਗਾਣੀ ਆ, ਪਹਿਲੇ ਪਾਈਪਾਂ ਨੂੰ ਅਸੀਂ ਇਸ ਤਰ੍ਹਾਂ ਥੋੜਾ ਜਿਹਾ ਟਰਨ ਕਰ ਲਈਦਾ ਵਾ, ਬੈਂਡ ਕਰ ਲਈਦਾ ਵਾ। ਠੀਕ ਹੈ ਫਿਰ ਇਹਨੂੰ ਅੰਦਰ ਨੂੰ ਪ੍ਰੈਸ ਕਰ ਲਈਦਾ ਨਿੱਪਲ ਨੂੰ। ਠੀਕ ਹੈ ਨਿੱਪਲ ਨੂੰ ਪ੍ਰੈਸ ਕਰਕੇ ਫਿਰ ਹਰ ਥਾਂ ਦੇ ਉੱਤੇ ਇਹਨੂੰ ਬੈਂਡ ਕਰਨਾ ਥੋੜਾ ਜਿਹਾ, ਪ੍ਰੈਸ਼ਰ ਠੀਕ ਨਾ ਹੋਵੇ। ਫਿਰ ਮਸ਼ੀਨ ਇੱਕ ਥਾਂ ਨੂੰ ਲਗਾ ਦੀ, ਫਿਰ ਇਸ ਤਰ੍ਹਾਂ ਹੀ ਦੂਸਰੇ ਨੂੰ, ਇਸ ਤਰ੍ਹਾਂ ਹੀ ਤੀਸਰੇ ਨੂੰ, ਐਸੇ ਹੀ ਚੌਥੇ ਨੂੰ ਲਗਾ ਦਿੰਦੇ। ਠੀਕ ਹੈ। ਯਾਨੀ ਕਿਆ ਤਰੀਕਾ? ਮਾਸ਼ਾਅੱਲਾ ਜੀ, ਮਸ਼ੀਨ ਅਲੀ ਭਾਈ ਨੇ ਲਾਹੜੀ ਹੈ। ਹੁਣ ਚੁਆਈ ਜਿਹੜਾ ਸ਼ੁਰੂ ਹੋ ਗਈ ਹੈ, ਮਾਸ਼ਾਅੱਲਾ। ਅੱਛਾ ਭਾਈ, ਉਹ ਸਾਹਮਣੇ ਜਿਹੜਾ ਤੁਸੀਂ ਉਹ ਬੋਰਡ ਉੱਤੇ ਕੋਈ ਨੰਬਰ ਵਗੈਰਾ ਲਿਖੇ ਨੇ, ਉਹਦਾ ਕੀ ਮਕਸਦ ਹੈ? ਇਹ ਜਾਨਵਰਾਂ ਦੇ ਨੰਬਰ ਆ, ਕਈ ਦਫਾ ਮੁਲਾਜ਼ਮ ਵਗੈਰਾ ਭੁੱਲ ਜਾਂਦੇ ਆ। ਅਸੀਂ ਫਿਰ ਉਹ ਨੰਬਰ ਲਿਖੇ ਜਿਹੜੀ ਗਾਈ ਚੁਆਈ ਕਰੀਦੀ ਆ। ਹੁਣ ਟੋਟਲ 21 ਜਾਨਵਰਾਂ ਦੀ ਚੁਆਈ ਹੋ ਰਹੀ ਆ। ਠੀਕ। ਤੋਂ ਫਿਰ ਜਿਹੜੀ ਚੋਈ ਜਾਂਦੇ ਉਹਦੇ ਉੱਤੇ ਟਿਕ ਲਾ ਦਿੰਦੇ ਆ। ਠੀਕ ਹੈ। ਤੇ ਇਹਨਾਂ ਦੀ ਚੁਆਈ ਤੁਸੀਂ ਡੇਲੀ ਬੇਸ ਤੇ ਕਿੰਨੀ ਦਫਾ ਕਰਦੇ ਹੋ? 2 ਦਫਾ। 2 ਦਫਾ। ਤੇ ਕੁਛ ਡੇਰੀ ਫਾਰਮ ਵਾਲੇ 3 ਦਫਾ ਕਰਦੇ ਨੇ। ਅੱਜ ਕੱਲ ਗਰਮੀ ਦਾ ਮੌਸਮ ਹੈ ਤਾਂ 2 ਦਫਾ, ਜਾਂ ਕਿ ਤੁਸੀਂ ਸਰਦੀ 'ਚ ਵੀ 2 ਦਫਾ ਕਰਦੇ ਹੋ? ਅਸੀਂ ਤਕਰੀਬਨ 2 ਦਫੇ ਕਰਦੇ ਹਾਂ। ਸਾਡੇ ਐਵਰੇਜ ਦੇ ਐਕਸੀਅਤ ਜਾਨਵਰਾਂ ਦੀ ਦੁੱਧ ਦੀ 30 ਲੀਟਰ ਤੱਕ 28 ਲੀਟਰ ਤੱਕ ਹੈਗੀ ਹੈ ਪਰ ਡੇ। ਮਗਰ ਸਾਡੇ ਕੋਈ ਜਾਨਵਰ ਹੈਗੇ ਥੋੜੇ, ਉਹ ਵੱਡੇ ਫਾਰਮ ਵਾਲੇ ਆ, ਉਹ 3 ਟਾਈਮ ਕਰਦੇ। ਉਹਨਾਂ ਨੇ ਤੀਸਰੇ ਸੂਬੇ ਦੇ ਬਾਅਦ ਜਾਨਵਰ ਉਹਨਾਂ ਦਾ ਖਤਮ ਹੋ ਜਾਂਦਾ ਹੈ ਕਿਸਮ ਦਾ। 3 ਟਾਈਮ ਚੁਆਈ ਕਰਦੇ ਰਹੋ, ਜਾਨਵਰ ਖਤਮ ਹੁੰਦਾ ਕਿ ਜ਼ਿਆਦਾ ਤੁਸੀਂ ਖਰਾਬਦੇ ਨਹੀਂ। ਉਸ ਹਿਸਾਬ ਦੇ ਨਾਲ ਫਿਰ ਅਸੀਂ ਜ਼ਿਆਦਾ ਸੂਬੇ ਲੈ ਲਈਦੇ ਆ। ਠੀਕ ਹੈ। ਜਾਨਵਰ ਇਹ ਜਿਹੜਾ ਬਕਟ ਹੈ ਸਾਹਮਣੇ, ਇਹਦੀ ਕਪੈਸਿਟੀ ਕਿੰਨੀ ਹੈ? ਇਹ 30 ਲੀਟਰ ਦਾ। ਅਭੀ 3 ਲੀਟਰ ਦਾ ਹੈ। ਇਸ ਟਾਈਮ ਕਿੰਨੇ ਨੇ? 3 ਨੇ ਇੱਥੇ ਕਿ 2 ਨੇ? ਟੋਟਲ 5 ਆ। ਉਹ ਮੰਨ ਵਾਲਾ ਵਾ, ਇੱਕ 40 ਲੀਟਰ ਵਾਲਾ ਵਾ, ਜੀ। ਬਾਕੀ 4 ਹੈਗੇ ਆ 30 ਲੀਟਰ ਦੇ। ਇਸ ਤੋਂ ਬਾਅਦ ਜਦੋਂ ਚੁਆਈ ਸਾਰੀ ਜਿਹੜੀਆਂ ਗਾਵਾਂ ਨੇ ਉਹਨਾਂ ਦੀ ਹੋਈ ਜਾਂਦੀ ਹੈ, ਤੇ ਫਿਰ ਮਿਲਕ ਕਿਤੇ ਅੱਗੇ ਸਟੋਰ ਕਰਦੇ ਹੋ ਕਿ ਜਾਂ ਹਾਂਜੀ, ਕੋਈ? ਸਾਡੇ ਕੋਲ ਚਿੱਲਰ ਲੱਗਾ ਹੋਇਆ ਵਾ, ਅੱਛਾ। ਮਾਲਮੋ ਫੂਡ ਵਾਲਿਆਂ ਦਾ। ਹੂੰ। ਤੇ ਉਹ ਇੱਥੋਂ ਦੁੱਧ ਕਲੈਕਟ ਕਰਦੇ ਸਵੇਰ ਸ਼ਾਮ ਨੂੰ। ਉਹ ਚਿੱਲਰ ਦੀ ਕਿੰਨੀ ਕਪੈਸਿਟੀ ਹੈ? ਉਹ 1000 ਲੀਟਰ ਦਾ। 1000 ਲੀਟਰ। ਤੇ ਉਹਦੀ ਕੀਮਤ ਕਿੰਨੀ ਹੈ? ਤੇ ਤਕਰੀਬਨ ਹੈ 4.5 ਲੱਖ। 4.5 ਲੱਖ। ਹਾਂਜੀ। ਤੇ ਦੁੱਧ ਕੌਣ ਲੈ ਕੇ ਜਾਂਦਾ? ਕੋਈ ਕੰਪਨੀ ਜਾਂ ਕਿ ਹਾਂਜੀ, ਮਾਲਮੋ ਫੂਡ ਦਾ ਜੀ। ਮਾਲ? ਮਾਲਮੋ ਫੂਡ ਲਾਹੌਰ। ਤੇ ਆ ਜਿਹੜਾ ਚਿੱਲਰ ਹੈ ਉਹ ਵੀ ਉਹਨਾਂ ਦਾ ਹੀ ਹੈ? ਇਹ ਵੀ ਉਹਨਾਂ ਦਾ ਵਾ। ਉਹ ਚਿੱਲਰ ਫਿਰ ਉਹ ਕੋਈ ਕੀਮਤ ਘੱਟ ਕਰਦੇ ਨੇ ਜਾਂ ਕਿ ਜਿਹੜਾ ਫਾਰਮਰ ਹੈ ਉਹਨੀ ਪੇ ਕਰਨੀ ਹੁੰਦੀ ਹੈ? ਨਹੀਂ, ਉਹ ਕੰਪਨੀ ਨੇ ਚਿੱਲਰ ਦਿੱਤਾ ਵਾ। ਉਹਨਾਂ ਨੇ ਸਾਡੇ ਨਾਲ ਹੁੰਦਾ ਵਾ ਕਿ ਐਗਰੀਮੈਂਟ? ਐਗਰੀਮੈਂਟ ਹੁੰਦਾ ਵਾ ਕਿ ਇਲੈਕਟ੍ਰਿਕ ਬਿੱਲ ਤੇ ਚਿੱਲਰ ਵਗੈਰਾ ਤੇ ਇੱਕ ਮੁਲਾਜ਼ਮ ਦੀ ਤਨਖਾਹ ਉਹਨਾਂ ਨੇ ਦੇਣੀ ਹੁੰਦੀ ਆ। ਤੇ ਦੁੱਧ ਲਾਜ਼ਮੀ ਨਹੀਂ ਮੇਰੇ ਚਿੱਲਰ ਫਾਰਮ ਤੇ ਜਾਣਾ ਉੱਥੇ। ਲੋਕ ਬਾਹਰੋਂ ਵੀ ਦੇਖ ਜਾਂਦੇ ਆ, ਫਿਰ ਉਹ ਸਾਰਿਆਂ ਦਾ ਦੁੱਧ ਲਈਦਾ ਵਾ। ਫਿਰ ਇੱਕ ਬੰਦੇ ਦੀ ਤਨਖਾਹ ਭੇਜ ਦਿੰਦੇ ਆ। ਠੀਕ ਹੈ। ਯਾਨੀ ਕਿ ਮਾਸ਼ਾਅੱਲਾ ਤੁਹਾਡਾ ਫਾਰਮ ਵੱਡਾ ਹੈ ਤੇ ਚਿੱਲਰ ਤੁਹਾਨੂੰ ਮਿਲਿਆ, ਤੇ ਜਿਹੜੇ ਕੋਈ ਦੂਸਰੇ ਛੋਟੇ ਹਾਂਜੀ। ਫਾਰਮਰ ਨੇ ਉਹ ਵੀ ਛੋਟੇ ਦੁੱਧ ਫਾਰਮਰ ਉਹ ਵੀ ਦੁੱਧ ਦੇ
ਫਿਲਹਾਲ ਤੇ ਹੁਣ ਉਹਦੀ ਅੱਗੇ ਤੇ 1700-1800 ਲੀਟਰ ਦੁੱਧ ਹੋ ਰਿਹਾ ਜੀ ਸਰਦੀਆਂ 'ਚ। ਹੁਣ ਦੁੱਧ ਦੀ ਸ਼ੋਰਟੇਜ ਹੋ ਗਈ ਆ। ਜੀ, ਜੀ। ਅੱਗੇ ਸਾਡਾ ਫਾਰਮ ਦਾ ਦੁੱਧ ਤਕਰੀਬਨ 300-400 ਲੀਟਰ ਸੀ, 450 ਤੇ ਹੁਣ ਇਹ ਸਾਡਾ 250 ਲੀਟਰ ਤੇ ਆ ਗਿਆ ਗਰਮੀ ਦੀ ਵਜ੍ਹਾ ਤੋਂ। ਇਹ ਇੱਕ ਟਾਈਮ ਦਾ? 2 ਟਾਈਮਾਂ ਦਾ। ਅੱਛਾ, 2 ਟਾਈਮਾਂ ਦਾ। ਹਾਂਜੀ ਠੀਕ ਹੈ, ਯਾਨੀ ਕਿ ਗਰਮੀ ਦੀ ਵਜ੍ਹਾ ਤੋਂ ਹਾਂਜੀ, ਕਮੀ। ਨਾਲੇ ਉਧਰੋਂ ਫਿਰ ਇਸ ਮੌਸਮ 'ਚ ਜ਼ਿਆਦੀਆਂ ਗਾਵਾਂ ਸਾਡੀਆਂ ਪ੍ਰੈਗਨੈਂਟ ਹੁੰਦੀਆਂ ਵਾ, ਉਹ ਫਿਰ ਦੁੱਧ ਦੀ ਐਵਰੇਜ ਘਟਣ ਲੱਗ ਜਾਂਦੀ ਆ। ਤੇ ਦੁੱਧ ਦਾ ਰੇਟ ਕੀ ਮਿਲਦਾ ਹੈ? ਦੁੱਧ ਦਾ ਰੇਟ ਇੱਥੇ ਤਕਰੀਬਨ 60 ਰੁਪਏ 60 ਰੁਪਏ ਕੰਪਨੀ ਵਾਲੇ? ਕੰਪਨੀ ਵਾਲੇ ਪਲੱਸ ਐਲਰ ਫੈਟ। ਤੇ ਅਗਰ ਤੁਸੀਂ ਖੁਦ ਸੇਲ ਕਰੋ ਫਿਰ ਦੁੱਧ ਦਾ ਰੇਟ ਜ਼ਿਆਦਾ ਜਾਂ ਕਿ ਫਿਰ ਵੀ ਇੰਨਾ ਹੀ ਹੈ? ਫਿਰ ਤੇ ਸਾਡੇ ਪਿੰਡ 'ਚ ਲੋਕਲ ਦੁੱਧ 70 ਰੁਪਏ ਕਿਲੋ ਰਿਹਾ ਵਾ, ਠੀਕ ਹੈ, ਮਗਰ ਫਿਰ ਉਹ ਐਗਰੀਮੈਂਟ ਹੋਇਆ? ਲੀਟਰ ਦੇਣਾ ਮੁਸ਼ਕਿਲ ਹੋ ਜਾਂਦਾ ਵਾ, ਲੋਕਾਂ ਕੋਲ ਪੈਸੇ ਲੈਣੇ, ਤੇ ਫਿਰ ਕੰਪਨੀ ਲੈ ਜਾਂਦੀ ਆ, ਉਹਦੀ ਪੈਸੇ ਅਕਾਊਂਟ 'ਚ ਆ ਜਾਂਦੇ ਆ। ਠੀਕ ਹੈ। ਤੇ ਉਹ ਜਿਹੜਾ ਚਿੱਲਰ ਹੈ ਹਾਂਜੀ। ਉਹਦੇ ਅੰਦਰ ਤੁਸੀਂ ਦੁੱਧ ਨੂੰ ਕਿੰਨੀ ਦੇਰ ਰੱਖ ਸਕਦੇ ਹੋ? ਉਹ ਚਿੱਲਰ ਔਨ ਰਵੇ, ਟੈਂਪਰੇਚਰ 0 ਤੇ ਰਹਿੰਦਾ ਵਾ, ਬੇਸ਼ੱਕ 48 ਘੰਟੇ ਰਹਿ ਲਵੇ, 72 ਘੰਟੇ ਰਹਿ ਲਵੇ, ਦੁੱਧ ਠੀਕ ਰਹਿੰਦਾ। ਠੀਕ ਹੈ ਅਲੀ ਭਾਈ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਇਹ ਕਾਫੀ ਜ਼ਿਆਦਾ ਇਨਫੋਰਮੇਸ਼ਨ ਦਿੱਤੀ ਹੈ। ਅੱਲਾਹ ਪਾਕ ਤੁਹਾਨੂੰ ਵੀ ਖੁਸ਼ ਰੱਖੇ, ਤੁਹਾਡੇ ਕਾਰੋਬਾਰ 'ਚ ਵੀ ਇਜ਼ਾਫਾ ਤਾ ਫਰਮਾਏ। ਅੱਲਾਹ ਹਾਫਿਜ਼।